ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੇ 400 ਸਾਲਾ ਸ਼ਤਾਬਦੀ ਪੁਰਬ ਨੂੰ ਮਨਾਉਂਦੇ ਹੋਏ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਨਲਾਈਨ ਸਮਾਗਮ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਵਡਭਾਗੇ ਹੋ ਜੋ ਕਿ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਸਮਕਸ਼ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਕੁਝ ਕੁ ਇਤਿਹਾਸ ਦੀ ਸਾਂਝ ਆਪ ਜੀ ਦੇ ਨਾਲ ਪਾਵਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਸਾਹਿਬਾਂ ਦੇ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਕਿ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਦੀਵਾਨ ਸਜਾ ਰਹੇ ਨੇ, ਦੀਵਾਨ ਦੀ ਹਾਜ਼ਰੀ ਭਰ ਰਹੇ ਨੇ। ਦੀਵਾਨ ਦੀ ਹਾਜ਼ਰੀ ਭਰ ਰਹੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਸਿੱਖ ਨੇ ਖਬਰ ਦਿੱਤੀ ਹੈ ਕਿ ਦਾਤਾ ਜੀ, ਆਪ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਦੀ ਕੁੱਖ ਤੋਂ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਨਾਲ ਸਿੱਖ ਤੁਰੇ ਨੇ, ਜਿੱਥੇ ਕਿ ਉਹਨਾਂ ਦੇ ਮਹਿਲ ਨੇ, ਜਿੱਥੇ ਅਸੀਂ ਅੱਜ ਗੁਰੂ ਕੇ ਮਹਿਲ ਦੇ ਨਾਲ ਨਾਮ ਦੇ ਨਾਲ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਗ੍ਰਹਿ ਵਿਖੇ ਗਏ ਨੇ, ਜਾ ਕੇ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਨੇ। ਦਰਸ਼ਨ ਕਰਕੇ ਗੁਰੂ ਸਾਹਿਬ ਜੀ ਨੇ, ਇਤਿਹਾਸ ਕਹਿੰਦਾ ਕਿ ਆਪਣੇ ਸੀਸ ਨੂੰ ਝੁਕਾ ਦਿੱਤਾ ਹੈ। ਨਾਲ ਦੇ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜੀ, ਘਰ ਵਿੱਚ ਤਾਂ ਪਹਿਲੋਂ ਵੀ 4 ਪੁੱਤਰ ਹੋਏ ਨੇ, ਪਰ ਇਸ ਛੋਟੇ ਪੁੱਤਰ ਦੇ ਜਨਮ ਦੇ ਉੱਤੇ ਇਹਨਾਂ ਦੇ ਦਰਸ਼ਨ ਕਰਕੇ ਆਪ ਜੀ ਨੇ ਆਪਣੇ ਸਿਰ ਨੂੰ, ਮਸਤਕ ਨੂੰ ਝੁਕਾਇਆ ਕਿਉਂ ਹੈ? ਤੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕਹੇ ਸਨ, ਕਹਿੰਦੇ ਮੇਰਾ ਪੁੱਤਰ ਜਿਹੜਾ ਹੈ ਦੁਨੀਆ ਦੇ ਪਰਦੇ ਢੱਕੇਗਾ, ਇਹ ਗਰੀਬਾਂ ਦੇ ਨੰਗੇਜ ਨੂੰ ਢੱਕੇਗਾ, ਇਹ ਗਰੀਬਾਂ ਦੀ ਮਦਦ ਕਰੇਗਾ, ਇਹਨੇ ਬੜੇ ਵੱਡੇ ਕਾਰਜ ਕਰਨੇ ਨੇ, ਇਸ ਕਰਕੇ ਮੈਂ ਇਹਨੂੰ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਜੀ ਨੇ ਦਰਸ਼ਨ ਕੀਤੇ, ਸਿੱਖਾਂ ਨੇ ਦਰਸ਼ਨ ਕੀਤੇ। ਹੁਣ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ਆਪਾਂ ਘਟਨਾਵਾਂ ਆਪ ਜੀ ਦੇ ਸਮਕਸ਼ ਰੱਖਣ ਦਾ ਯਤਨ ਕਰਨਾ। ਬਾਲ ਅਵਸਥਾ 4 ਸਾਲ ਦੀ ਅਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਹੈ। ਹਾਲਾਂਕਿ ਇਤਿਹਾਸ ਕਹਿੰਦਾ ਕਿ ਇਹਨਾਂ ਦਾ ਬਚਪਨ ਦਾ ਨਾਮ ਤਿਆਗਮਲ ਸੀ। ਛੋਟੇ ਉਮਰ ਦੇ ਵਿੱਚ ਨਾਮ ਤਿਆਗਮਲ ਸੀ। ਕਰਤਾਰਪੁਰ ਦੀ ਜੰਗ ਲੜੀ ਹੈ 13 ਸਾਲ ਦੀ ਉਮਰ ਵਿੱਚ, ਤੇ ਫਿਰ ਨਾਮ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਪਿਆ ਹੈ। ਖੈਰ ਆਪਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਆਪ ਜੀ ਦੇ ਸਮਕਸ਼ ਘਟਨਾ ਰੱਖਣ ਦਾ ਯਤਨ ਕਰਨਾ ਹੈ। 4 ਸਾਲ ਦੀ ਉਮਰ ਹੈ, ਬਚਪਨ ਹੈ। ਆਪਣੇ ਘਰਾਂ ਦੇ ਵਿੱਚ ਆਪਾਂ ਤੱਕਦੇ ਹਾਂ ਕਿ ਬੱਚੇ ਛੋਟੇ ਛੋਟੇ 4 ਸਾਲ ਦੀ ਉਮਰ ਹੈ, ਪਰ ਬੱਚਿਆਂ ਨੂੰ ਕੁਝ ਨਹੀਂ ਪਤਾ। 4 ਸਾਲ ਦੀ ਸਾਹਿਬ ਦੀ ਉਮਰ ਹੈ। ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ, ਵੱਡੇ ਭਰਾਤਾ ਦੀ ਬਰਾਤ ਚੱਲ ਰਹੀ ਹੈ। ਪਿੰਡ ਦੇ ਲੋਕ ਇਕੱਠੇ ਹੋ ਕੇ ਬਰਾਤ ਚੜ੍ਹਦੀ ਨੂੰ ਦੇਖਣ ਵਾਸਤੇ ਆਏ, ਜਿਨ੍ਹਾਂ ਦੇ ਵਿੱਚ ਬਹੁਤ ਗਰੀਬ ਬੱਚੇ ਵੀ ਸਨ। ਹੁਣ ਉਸੇ 4 ਸਾਲ ਦੀ ਉਮਰ ਦੇ ਵਿੱਚ ਬਾਬਾ ਤਿਆਗਮਲ ਦੇ ਸਰੀਰ ਦੇ ਉੱਤੇ ਸੋਹਣਾ ਪੁਸ਼ਾਕ ਪਾਈ ਹੋਈ ਹੈ, ਕਿਉਂਕਿ ਗੁਰੂ ਸਾਹਿਬ ਜੀ ਦੇ ਪੁੱਤਰ ਸਨ। ਸੋਹਣੀ ਪੁਸ਼ਾਕ ਪਾ ਕੇ ਤਿਆਰ ਹੋਏ ਨੇ, ਬਰਾਤ ਚੜ੍ਹ ਰਹੀ ਹੈ, ਤੇ ਬਾਬਾ ਤਿਆਗਮਲ ਜੀ ਦੀ ਨਿਗਰ ਪਈ ਹੈ, ਨਜ਼ਰ ਪਈ ਹੈ। ਦੇਖਦੇ ਕੀ ਨੇ ਕਿ ਬਰਾਤ ਚੜ੍ਹਦੀ ਦੇਖਣ ਵਾਲੇ ਬੱਚਿਆਂ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ, ਪੈਰ ਦੇ ਵਿੱਚ ਜੁੱਤੀ ਨਹੀਂ, ਤਨ ਤੇ ਕੱਪੜਾ ਨਹੀਂ, ਠੰਡ ਦਾ ਸਮਾਂ ਹੈ ਤੇ ਉਹ ਠੰਡ ਦੇ ਨਾਲ ਠਿਠੁਰ ਰਿਹਾ ਹੈ, ਬਹੁਤ ਕੰਬ ਰਿਹਾ ਹੈ। ਬਾਬਾ ਤਿਆਗਮਲ ਜੀ ਤਿਆਗ ਦੀ ਮੂਰਤ
ਗਏ ਨੇ ਕੋਲ ਜਾ ਕੇ ਕਹਿਣ ਲੱਗੇ, ਵੀਰ ਕੀ ਗੱਲ ਹੈ, ਤੇਰੀ ਮਾਂ ਨੂੰ ਤੇਰਾ ਰੱਤਾ ਵੀ ਫਿਕਰ ਨਹੀਂ ਹੈ? ਤੇਰਾ ਸਰੀਰ ਦੇ ਉੱਤੇ ਮੋਟੇ ਕੱਪੜੇ ਤੂੰ ਨਹੀਂ ਪਾਏ, ਠੰਡ ਦੇ ਨਾਲ ਤੂੰ ਕੰਬ ਰਿਹਾ ਹੈ, ਕਿ ਤੇਰੀ ਮਾਂ ਇੰਨੀ ਲਾਪਰਵਾਹ ਹੈ, ਉਹਨੂੰ ਤੇਰਾ ਜਰਤੀ ਫਿਕਰ ਨਹੀਂ ਹੈ? ਉਸ ਬੱਚੀ ਨੇ ਜਵਾਬ ਦਿੱਤਾ, ਕਹਿਣ ਲੱਗਾ, ਨਹੀਂ, ਮੇਰੀ ਮਾਂ ਨੂੰ ਮੇਰਾ ਫਿਕਰ ਹੈ, ਐਸਾ ਨਹੀਂ ਕਿ ਉਹਨੂੰ ਮੇਰਾ ਫਿਕਰ ਨਹੀਂ ਹੈ, ਪਰ ਗੱਲ ਇਹ ਹੈ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਸੋਹਣੇ ਕੱਪੜੇ ਸਾਡੇ ਤਨ ਤੇ ਪਾਉਣ ਵਾਸਤੇ ਮੋਟੇ ਕੱਪੜੇ ਘਰ ਵਿੱਚ ਨਹੀਂ ਹੈ, ਮਜਬੂਰੀ ਦੇ ਕਾਰਨ ਮੈਂ ਨੰਗੇ ਧੜ ਔਰ ਠੰਡ ਦੇ ਨਾਲ ਕੰਬ ਰਿਹਾ, ਸੱਚ ਇਹ ਹੈ ਕਿ ਘਰ ਵਿੱਚ ਕੱਪੜੇ ਨਹੀਂ ਹੈ। ਹੁਣ ਉੱਥੇ ਬਾਬਾ ਤਿਆਗਮੱਲ ਜੀ ਨੇ ਆਪਣੇ ਸਰੀਰ ਤੇ ਪਹਿਨੀ ਹੋਈ ਸੋਹਣੀ ਪੁਸ਼ਾਕ, ਸੋਹਣਾ ਜਿਹੜੇ ਕੱਪੜੇ ਪਾਏ ਸਨ, ਉਤਾਰ ਦਿੱਤੇ। ਉਤਾਰ ਕੇ ਕਹਿਣ ਲੱਗੇ, ਮੇਰੇ ਭਰਾ, ਮੇਰੇ ਵੀਰ, ਤੂੰ ਠੰਡ ਦੇ ਨਾਲ ਬਿਲਕੁਲ ਠੁਠਰ ਰਿਹਾ ਹਾਂ, ਤੈਨੂੰ ਮੇਰੇ ਤੋਂ ਵੱਧ ਇਹਨਾਂ ਕੱਪੜਿਆਂ ਦੀ ਜ਼ਰੂਰਤ ਹੈ। ਮੇਰੇ ਘਰ ਵਿੱਚ ਵਸਤਰ ਹੋਰ ਹਨ, ਮੈਂ ਮਾਤਾ ਜੀ ਤੋਂ ਹੋਰ ਜਾ ਕੇ ਵਸਤਰ ਮੰਗ ਲਾਂਗਾ, ਆਹ ਲੈ ਕੱਪੜੇ ਤੇ ਤੂੰ ਪਹਿਨ ਲੈ। ਆਪਣੀ ਗਲ ਤੋਂ ਸੋਹਣੀ ਪੁਸ਼ਾਕ ਉਤਾਰ ਕੇ ਬਾਬਾ ਤਿਆਗਮੱਲ ਜੀ ਨੇ ਇਸ ਬੱਚੇ ਨੂੰ ਪਹਿਨਾ ਦਿੱਤੀ। ਜਦੋਂ ਗਏ ਘਰ ਜਾ ਕੇ ਮਾਤ ਦੇ ਕੋਲ ਗਏ ਨੇ, ਮਾਤ ਜੀ ਦੇ ਕੋਲ, ਮਾਤਾ ਜੀ ਨੇ ਤੱਕਿਆ, ਬੇਟਾ ਸੋਹਣੀ ਪੁਸ਼ਾਕ ਪਵਾ ਕੇ ਤੁਹਾਨੂੰ ਬਰਾਤ ਤੇ ਜਾਣ ਵਾਸਤੇ ਤਿਆਰ ਕੀਤਾ ਸੀ, ਤੁਹਾਡੇ ਤਨ ਦਾ ਝੋਲਾ ਕਿੱਥੇ ਗਿਆ? ਕਹਿਣ ਲੱਗੇ, ਮਾਂ ਸੋਹਣਾ ਕੱਪੜੇ ਪਵਾ ਕੇ ਤੁਸੀਂ ਮੈਨੂੰ ਤਿਆਰ ਕੀਤਾ ਸੀ, ਪਰ ਸੱਚ ਇਹ ਹੈ ਬਰਾਤ ਨੂੰ ਦੇਖਣ ਵਾਲਿਆਂ ਦੇ ਵਿੱਚ ਇੱਕ ਬੱਚੇ ਨੂੰ ਮੈਂ ਦੇਖਿਆ, ਉਹ ਠੰਡ ਦੇ ਨਾਲ ਕੰਬ ਰਿਹਾ ਸੀ, ਉਹਦਾ ਸਰੀਰ ਲੀਲਾ ਪੈ ਰਿਹਾ ਸੀ, ਪੈਰਾਂ ਦੇ ਵਿੱਚ ਚੱਪਲਾਂ ਨਹੀਂ ਸੀ, ਸੋਹਣੇ ਕੱਪੜੇ ਉਹਨੇ ਨਹੀਂ ਸੀ ਪਾਏ, ਮੋਟਾ ਕੱਪੜਾ ਨਹੀਂ ਸੀ, ਠੰਡ ਦੇ ਨਾਲ ਠਿਠੁਰ ਰਿਹਾ ਸੀ। ਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਤੇ ਉਹਨੇ ਮੈਨੂੰ ਜੋ ਜਵਾਬ ਦਿੱਤਾ, ਕਹਿਣ ਲੱਗਾ, ਮੇਰੀ ਮਜਬੂਰੀ ਹੈ, ਮੇਰੀ ਮਾਂ ਦੀ ਮਜਬੂਰੀ ਹੈ, ਘਰ ਵਿੱਚ ਮੋਟੇ ਕੱਪੜੇ ਨਹੀਂ, ਇਸ ਕਰਕੇ ਮੇਰਾ ਇਹ ਹਾਲ ਹੈ। ਕਹਿੰਦੇ ਮੇਰੇ ਤੋਂ ਉਹਦਾ ਹਾਲ ਨਹੀਂ ਦੇਖਿਆ ਗਿਆ, ਮੈਂ ਉਹਦੇ ਹਾਲ ਨੂੰ ਦੇਖ ਨਹੀਂ ਪਾਇਆ, ਇਸ ਕਰਕੇ ਮੈਂ ਆਪਣੇ ਤਨ ਦੀ ਪੁਸ਼ਾਕ ਉਤਾਰ ਕੇ ਮੈਂ ਸਮਝਿਆ ਕਿ ਮੇਰੇ ਤੋਂ ਵੱਧ ਇਸ ਪੁਸ਼ਾਕ ਦੀ ਲੋੜ ਇਸ ਮੇਰੇ ਨਾਲ ਦੇ ਬੱਚੇ ਨੂੰ ਹੈ, ਜਿਹੜਾ ਠੰਡ ਦੇ ਨਾਲ ਕੰਬ ਰਿਹਾ। ਮੇਰੇ ਤੇ ਘਰ ਵਿੱਚ ਹੋਰ ਨੇ, ਤੁਸੀਂ ਮੈਨੂੰ ਦੂਜੀ ਪੁਸ਼ਾਕ ਪਹਿਨਾ ਦਿਓਗੇ। ਦੇਖੋ ਛੋਟੀ ਉਮਰ ਹੈ, ਪਰ ਅੰਦਰ ਕਿੰਨਾ ਪਿਆਰ ਹੈ ਦੁਨੀਆ ਦੇ ਨਾਲ। ਇਵੇਂ ਨਹੀਂ ਸੀ ਮੇਰੇ ਦਾਤੇ ਨੇ ਇਸ ਬਾਲਕ ਦੇ ਮੁਖੜੇ ਨੂੰ ਤੱਕ ਕੇ ਆਪਣੇ ਸੀਸ ਨੂੰ ਨਵਾ ਦਿੱਤਾ। 4 ਸਾਲ ਦੀ ਉਮਰ ਦੇ ਵਿੱਚ ਆਪਣੇ ਤਨ ਦੇ ਕੱਪੜੇ ਲਾ ਕੇ ਉਤਾਰ ਕੇ ਤੇ ਇਸ ਨੰਗੇਜ ਢੱਕਦੇ ਨੇ, ਤੇ ਉਹੀ ਪਾਤਸ਼ਾਹ ਅੱਗੇ ਜਾ ਕੇ ਫਿਰ ਹਿੰਦ ਦੀ ਚਾਦਰ ਬਣ ਕੇ ਤੇ ਹਿੰਦੁਸਤਾਨ ਦੀ ਪੱਤ ਨੂੰ ਢੱਕਦੇ ਨੇ। ਖੈਰ ਅਜੇ ਨਾਮ ਤਿਆਗਮੱਲ ਹੈ, ਉਮਰ ਵਧੀ 13 ਸਾਲ ਦੇ ਬਾਬਾ ਤਿਆਗਮੱਲ ਜੀ ਹੋਏ ਨੇ। ਕਰਤਾਰਪੁਰ ਦੀ ਜੰਗ ਹੋਈ ਹੈ। ਕਰਤਾਰਪੁਰ ਦੀ ਜੰਗ ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਬਾਬਾ ਤਿਆਗਮੱਲ ਜੀ ਨੇ ਜਿਹੜੀ ਤਲਵਾਰ ਚਲਾਈ, ਇਸ ਤਲਵਾਰ ਦੇ ਜੌਹਰ ਨੂੰ ਪਾਤਸ਼ਾਹ ਜੀ ਖੁਦ ਆਪ ਖੜ ਕੇ ਦੇਖਦੇ ਨੇ, ਹਰਗੋਬਿੰਦ ਸਾਹਿਬ ਜੀ ਮੇਰਾ ਪੁੱਤਰ ਬੜਾ ਵੱਧ ਕੇ ਤੇਗ ਚਲਾ ਰਿਹਾ ਹੈ। ਬੜੇ ਪ੍ਰਸੰਨ ਹੋਏ। ਜੰਗ ਜਿੱਤਣ ਤੋਂ ਬਾਅਦ ਛਾਤੀ ਦੇ ਨਾਲ ਲਾ ਕੇ ਕਹਿਣ ਲੱਗੇ, ਪੁੱਤਰਾ ਅੱਜ ਤੋਂ ਤੇਰਾ ਨਾਮ ਤਿਆਗਮੱਲ ਨਹੀਂ, ਤੇਰਾ ਨਾਮ ਤੇਗ ਬਹਾਦਰ ਹੈ। ਤੂੰ ਤੇ ਤੇਗ ਦਾ ਧਨੀ ਹੈ, ਤੇਗ ਦਾ ਬਹਾਦਰ ਹੈ। ਬੜੀ ਬਹਾਦਰੀ ਦੇ ਨਾਲ, ਦ੍ਰਿੜਤਾ ਦੇ ਨਾਲ ਤੂੰ ਤੇਗ ਚਲਾਈ ਹੈ, ਇਸ ਕਰਕੇ ਤੂੰ ਤਿਆਗਮੱਲ ਨਹੀਂ, ਤੂੰ ਤੇਗ ਬਹਾਦਰ ਹੈ। ਉਸ ਦਿਨ ਤੋਂ ਨਾਮ ਤੇਗ ਬਹਾਦਰ ਰੱਖਿਆ। ਖੈਰ ਫਿਰ ਉਮਰ ਵਧੀ ਹੈ ਤੇ ਜੋ ਉਹਨਾਂ ਦਾ ਬੌਧਿਕ ਵਿਕਾਸ ਹੋਇਆ, ਸਰੀਰਕ ਵਿਕਾਸ ਹੋਇਆ, ਆਨੰਦ ਕਾਰਜ ਹੋਇਆ। ਆਨੰਦ ਕਾਰਜ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਤੋਂ ਬਾਅਦ ਫਿਰ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਗੁਰਤਾ ਗੱਦੀ ਜਿਹੜੀ ਹੈ ਆਪਣੇ ਪੁੱਤਰ ਨੂੰ ਨਾ ਦੇ ਕਰਕੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰ ਰਾਏ ਸਾਹਿਬ ਜੀ ਨੂੰ ਦੇ ਦਿੱਤੀ। ਗੁਰਤਾ ਗੱਦੀ ਆਪਣੇ ਕੋਲੋਂ ਪੁੱਤਰ ਨੂੰ ਨਹੀਂ ਦਿੱਤੀ, ਅੱਗੇ ਪੋਤਰੇ ਨੂੰ ਗੱਦੀ ਦੇ ਦਿੱਤੀ। ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਕੀਰਤਪੁਰ ਦੀ ਧਰਤੀ ਦੇ ਉੱਤੇ ਹਰ ਰਾਏ ਸਾਹਿਬ ਜੀ। ਉਸ ਵੇਲੇ ਮਾਤ ਨਾਨਕੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੁਝ ਬਚਨ ਕਹੇ ਨੇ। ਕਹਿਣ ਲੱਗੇ, ਪਾਤਸ਼ਾਹ ਮੇਰੇ ਪੁੱਤਰਾਂ ਦੇ ਵਿੱਚ ਸਭ ਤੋਂ ਛੋਟਾ ਪੁੱਤਰ ਮੇਰਾ ਬੜਾ ਹੀ ਭੋਲਾ ਏ, ਇਹ ਬਹੁਤੀਆਂ ਚਲਾਕੀਆਂ ਨਹੀਂ ਜਾਣਦਾ, ਉਦਾਸ ਰਹਿੰਦਾ ਹੈ, ਚੁੱਪ ਰਹਿੰਦਾ ਹੈ, ਘੱਟ ਬੋਲਦਾ ਹੈ,
ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦੀ ਚਤੁਰਾਈ ਨਹੀਂ ਹੈ। ਮੇਰਾ ਪੁੱਤਰ ਤੇ ਭੋਲਾ ਏ, ਮੇਰੇ ਪੁੱਤਰ ਵਾਸਤੇ ਤੁਸਾਂ ਕੀ ਸੋਚਿਆ? ਉਸ ਵੇਲੇ ਕੀਰਤਪੁਰ ਦੀ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਤਿਹਾਸ ਕਹਿੰਦਾ, ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਪੋਥੀ ਦਿੱਤੀ ਹੈ। ਤੇ ਪੋਥੀ ਦੇ ਕੇ ਉਹਨਾਂ ਨੇ ਕਿਹਾ, ਇੱਕ ਸਮਾਂ ਆਏਗਾ ਕਿ ਇਹ ਬਹੁਤ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਹੋਏਗਾ, ਬਹੁਤ ਵੱਡੇ ਕਾਰਜ ਕਰਨਗੇ। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਅੱਜ ਤੋਂ ਬਾਅਦ ਇੱਥੇ ਕੀਰਤਪੁਰ ਦੀ ਧਰਤੀ ਤੇ ਨਹੀਂ ਰਹਿਣਾ, ਜਾ ਕੇ ਤੇ ਬਾਬੇ ਬਕਾਲਾ, ਜਿਹਨੂੰ ਅਸੀਂ ਅੱਜ ਬਾਬਾ ਬਕਾਲਾ ਕਹਿੰਦੇ, ਉਸ ਵੇਲੇ ਨਾਮ ਬਕਾਲਾ ਸੀ, ਕਹਿੰਦੇ ਬਕਾਲੇ ਦੀ ਧਰਤੀ ਤੇ ਟਿਕ ਜਾਓ। ਹੁਣ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਗੁਰੂ ਆਪਣੇ ਪਿਤਾ ਗੁਰੂ ਦੇ ਕੋਲੋਂ ਇਹ ਦਾਤਾਂ ਲੈ ਕੇ, ਉਹਨਾਂ ਦਾ ਹੁਕਮ ਮੰਨ ਕੇ ਤੇ ਬਕਾਲੇ ਦੀ ਧਰਤੀ ਤੇ ਟਿਕ ਗਏ ਨੇ। ਉੱਥੇ ਇਤਿਹਾਸ ਕਹਿੰਦਾ ਕਿ ਬਹੁਤ ਲੰਮਾ ਸਮਾਂ ਪਾਤਸ਼ਾਹ ਜੀ ਨੇ ਤਪੱਸਿਆ ਕੀਤੀ ਹੈ। ਜਿਸ ਪ੍ਰਥਾਏ ਦਸਮ ਦੀ ਬਾਣੀ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਬਾਣੀ ਪੜ੍ਹਦੇ ਹਾਂ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰੀ ਮਾਤਾ ਤੇ ਪਿਤਾ ਨੇ ਉਸ ਪਰਮੇਸ਼ਰ ਦੀ ਬਹੁਤ ਲੰਮਾ ਸਮਾਂ ਆਰਾਧਨਾ ਕੀਤੀ, ਭਗਤੀ ਕੀਤੀ, ਸੇਵਾ ਕੀਤੀ, ਤੇ ਉਸ ਸੇਵਾ ਦਾ ਫਲ ਕਹਿੰਦੇ ਮੈਂ ਉਹਨਾਂ ਦੇ ਘਰ ਦੇ ਵਿੱਚ ਮੇਰਾ ਨਿਵਾਸ ਹੋਇਆ। ਇਹ ਪਾਤਸ਼ਾਹ ਜੀ ਬਾਣੀ ਵਿੱਚ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ ਉੱਥੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਕੁਝ ਨਹੀਂ ਬੋਲਦੇ, ਸੰਗਤ ਦੇ ਵਿੱਚ ਨਹੀਂ ਵਿਚਰਦੇ, ਪਿਤਾ ਗੁਰੂ ਦਾ ਹੁਕਮ ਮੰਨ ਕੇ ਤੇ ਉੱਥੇ ਰਹਿ ਕੇ ਸੇਵਾ ਕਰਦੇ ਨੇ। ਉਧਰ ਗੁਰੂ ਹਰਿ ਰਾਏ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੱਦੀ ਤੇ ਵਿਰਾਜਮਾਨ ਕਰ ਦਿੱਤਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੱਦੀ ਤੇ ਵਿਰਾਜਮਾਨ ਹੋਏ ਨੇ। ਹੁਣ ਇਤਿਹਾਸ ਤੋਂ ਆਪਾਂ ਜਾਣੂ ਹਾਂ, ਔਰੰਗਜ਼ੇਬ ਦੇ ਸੁਨੇਹਾ ਪਾ ਕੇ ਉਹ ਦਿੱਲੀ ਗਏ ਨੇ, ਰਾਜਾ ਜੈ ਸਿੰਘ ਜੀ ਦੇ ਹੱਥ ਜੋ ਸੁਨੇਹਾ ਭੇਜਿਆ, ਦਿੱਲੀ ਜਾ ਕੇ ਉੱਥੇ ਆਪਾਂ ਜਾਣਦੇ ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਇੱਕ ਇਸ਼ਾਰਾ ਕਰਕੇ ਗਏ ਸਨ। ਜਦੋਂ ਸਿੱਖਾਂ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੁਣ ਕਿਸ ਸਰੀਰ ਵਿੱਚ ਸਮਾਏਗੀ, ਪਾਤਸ਼ਾਹ ਜੀ ਤੁਸੀਂ ਇਸ ਸਰੀਰ ਨੂੰ, ਪੰਜ ਭੂਤਕ ਸਰੀਰ ਨੂੰ ਤਿਆਗ ਕੇ ਜਾ ਰਹੇ ਹੋ। ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਿਹਾ ਕਿ ਹੁਣ ਸਿੱਖਾਂ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ। ਉਸ ਵੇਲੇ ਉਹਨਾਂ ਨੇ ਪੰਜ ਭੂਤਕ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਨਾਰੀਅਲ ਮੰਗਾ ਕੇ, 5 ਪੈਸੇ ਮੰਗਾ ਕੇ, ਹੱਥ ਦੇ ਨਾਲ ਫੜ ਕੇ ਘੁਮਾ ਕੇ ਇੱਕ ਬਚਨ ਕਿਹਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ। ਇਹ ਗੱਲ ਕਹਿ ਕੇ ਉਹਨਾਂ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਖੈਰ, ਹੁਣ ਜਦੋਂ ਮਸੰਦਾ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਕਾਲੇ ਦੇ ਵਿੱਚ ਬਾਬਾ ਬਸਦਾ ਇਹ ਇਸ਼ਾਰਾ ਕਰਕੇ ਗਏ ਨੇ, ਬਹੁਤ ਸਾਰੇ ਮਸੰਦਾਂ ਨੇ ਜਾ ਕੇ ਉੱਥੇ ਮੰਜੀਆਂ ਲਾ ਲਈਆਂ ਕਿ ਇੱਥੋਂ ਪ੍ਰਗਟ ਹੋਣਾ ਹੈ ਗੁਰੂ। ਹੁਣ ਇਤਿਹਾਸ ਤੋਂ ਆਪਾਂ ਜਾਣਦੇ ਹਾਂ, ਮੱਖਣ ਛਾ ਲਬਾਣਾ ਆਇਆ ਹੈ, ਉਹਨੇ ਆਪਣੇ ਵੱਲੋਂ ਭੇਟ ਗੁਰੂ ਘਰ ਦੇ ਵਿੱਚ ਚੜਾਉਣੀ ਹੈ। ਤੇ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਇਹ ਪਹੁੰਚਿਆ, ਕਿਉਂਕਿ ਸੰਗਤਾਂ ਤੋਂ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ਼ਾਰਾ ਕਰਕੇ ਗਏ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ। ਹੁਣ ਬਕਾਲੇ ਦੀ ਧਰਤੀ ਤੇ ਗਏ ਨੇ, ਉੱਥੇ ਇਤਿਹਾਸ ਕਹਿੰਦਾ ਕਿ ਇਹ ਪੁੱਛਦੇ ਨੇ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਸ, ਤੇ ਸਾਰੇ ਦਾਅਵਾ ਕਰਦੇ ਨੇ, ਇੱਕ ਕਹਿੰਦਾ ਮੈਂ ਹਾਂ, ਦੂਸਰਾ ਕਹਿੰਦਾ ਮੈਂ ਹਾਂ। ਇਹਨਾਂ ਨੇ ਅੱਗੇ ਏਜੰਟ ਰੱਖੇ ਹੋਏ ਨੇ, ਇਹ ਅੱਗੇ ਰੱਖੇ ਹੋਏ ਏਜੰਟ ਜਿਹੜੇ ਨੇ ਇਹ ਕਹਿੰਦੇ ਨਹੀਂ, ਗੁਰੂ ਨਾਨਕ ਦੀ ਗੱਦੀ ਦਾ ਵਾਰਸ ਆ ਹੈ, ਸਾਡੇ ਵਾਲਾ ਹੈ, ਦੂਜਾ ਕਹਿੰਦਾ ਨਹੀਂ ਸਾਡੇ ਵਾਲਾ ਹੈ। ਹੁਣ ਉੱਥੇ ਮੱਖਣ ਸ਼ਾਹ ਲੋਬਾਣਾ ਜੀ ਨੇ ਆਪਣੇ ਕੋਲੋਂ ਥੋੜੀਆਂ ਮੋਹਰਾਂ ਰੱਖ ਕੇ ਮੱਥਾ ਟੇਕਦੇ ਗਏ। ਹੁਣ ਸਾਰਿਆਂ ਨੂੰ ਮੱਥਾ ਟੇਕ ਰਿਹਾ, ਪਰ ਅੰਦਰ ਦਾ ਸ਼ੰਕਾ ਨਿਵਰਤ ਨਹੀਂ ਹੋਇਆ। ਅੰਦਰੋਂ ਇੱਕ ਆਵਾਜ਼ ਆਉਂਦੀ ਸੀ, ਨਹੀਂ, ਮੇਰੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਇਹਨਾਂ ਵਿੱਚੋਂ ਮੈਨੂੰ ਲੱਗਦਾ ਕੋਈ ਨਹੀਂ ਮਿਲਿਆ। ਹੁਣ ਅੰਦਰ ਫਿਰ ਪੁੱਛਦੇ ਨੇ ਉੱਥੇ ਲੋਕਾਂ ਨੂੰ, ਕਹਿੰਦੇ ਕੋਈ ਹੋਰ ਵੀ ਹੈ ਜਿਹੜਾ ਕਹਿੰਦਾ ਹੋਵੇ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਸ ਹਾਂ? ਕਿਸੇ ਨੇ ਦੱਸਿਆ, ਕਹਿਣ ਲੱਗੇ ਇੱਥੇ ਇੱਕ ਤੇਗ ਬਹਾਦਰ ਨਾਮ ਦਾ ਰੱਬ ਦੀ ਬੰਦਗੀ ਕਰਨ ਵਾਲਾ ਰਹਿੰਦਾ ਹੈ, ਜਿਹੜਾ ਭੋਰੇ ਦੇ ਵਿੱਚ ਬੈਠ ਕੇ ਬੰਦਗੀ ਕਰਦਾ ਹੈ। ਸੰਗਤਾਂ ਦੇ ਵਿੱਚ ਬਹੁਤ ਘੱਟ ਵਿਚਰਦੇ ਨੇ, ਬਹੁਤ ਘੱਟ ਬਾਹਰ ਨਿਕਲਦੇ ਨੇ, ਉਸ ਪਰਮੇਸ਼ਰ ਦੀ ਇਬਾਦਤ ਬੰਦਗੀ ਦੇ ਵਿੱਚ ਟਿਕੇ ਹੋਏ ਨੇ। ਕਹਿੰਦੇ ਬਸ ਇੱਕ ਉਹ ਰਹਿੰਦੇ ਨੇ, ਪਰ ਦਾਵਾ ਕੋਈ ਨਹੀਂ, ਉਹਨਾਂ ਦਾ ਕੋਈ ਦਾਵਾ ਨਹੀਂ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਸ ਹਾਂ।
ਬਸ ਉਸ ਪਰਮੇਸ਼ਰ ਦੀ ਯਾਦ ਵਿੱਚ ਬੈਠ ਕੇ ਉਹਦਾ ਸਿਮਰਨ ਕਰ ਰਹੇ ਨੇ, ਲੰਮੇ ਸਮੇਂ ਤੋਂ ਸਿਮਰਨ ਕਰਦੇ ਆ ਰਹੇ ਨੇ। ਇਹ ਮੱਖਣ ਸ਼ਾਹ ਲਬਾਣਾ ਨਾਲ ਆਪਣੇ ਪਰਿਵਾਰ ਨੂੰ ਲਿਆ ਹੈ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਪਹੁੰਚ ਗਏ ਨੇ, ਜਿੱਥੇ ਗੁਰੂ ਸਾਹਿਬ ਦੀ ਬੰਦਗੀ ਕਰਦੇ ਨੇ। ਮਾਤਾ ਗੁਜਰੀ ਜੀ ਨੂੰ ਪੁੱਛਿਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨੇ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਮਿਲਾਇਆ, ਦਰਸ਼ਨ ਕਰਵਾਏ। ਇਹਨੇ ਆਪਣੇ ਵੱਲੋਂ ਭੇਟਾ ਰੱਖ ਕੇ ਜਦੋਂ ਨਮਸਕਾਰ ਕੀਤੀ ਤੇ ਉੱਥੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ, ਮੱਖਣ ਸ਼ਾਹ ਕਿ ਇੰਨੀ ਹੀ ਭੇਟਾ ਤੋਂ ਗੁਰੂ ਦੇ ਦਰ ਤੇ ਚੜਾਉਣ ਦੀ ਗੱਲ ਕੀਤੀ ਸੀ, ਤੇਰਾ ਡੁੱਬਦਾ ਹੋਇਆ ਬੇੜਾ ਅਸੀਂ ਪਾਰ ਲਾਇਆ। ਇਤਿਹਾਸ ਤੇ ਇਹ ਵੀ ਕਹਿੰਦਾ ਹੈ ਕਿ ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਮੋਢੇ ਦੇ ਉੱਤੋਂ ਕੱਪੜਾ ਹਟਾ ਕੇ ਦਿਖਾਇਆ, ਕਹਿੰਦੇ ਸੱਜਣਾ ਤੇਰੇ ਡੁੱਬਦੇ ਹੋਏ ਬੇੜੇ ਨੂੰ ਪਾਰ ਕਰਨ ਲੱਗੇ ਆ ਸਾਡੇ ਮੋਢੇ ਤੇ ਜਿਹੜੇ ਨੀੜ ਪਏ ਨੇ ਅਜੇ ਤੇ ਨਿਸ਼ਾਨ ਵੀ ਨਹੀਂ ਮਿਟੇ, ਪਰ ਭੇਟਾ ਤੂੰ ਇਹ ਪੂਰੀ ਨਹੀਂ ਰੱਖੀ। ਹੁਣ ਉਸ ਵੇਲੇ ਮੱਖਣ ਸ਼ਾਹ ਲਬਾਣਾ ਖੁਸ਼ ਹੋ ਗਿਆ, ਕਹਿੰਦਾ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਸ ਤੇ ਬਾਬਾ ਤੇਗ ਬਹਾਦਰ ਸਾਹਿਬ ਜੀ ਹੈ। ਹੁਣ ਉੱਥੇ ਫਿਰ ਇਹ ਕੋਠੇ ਤੇ ਚੜ ਗਿਆ ਹੈ, ਗਲ ਦੇ ਵਿੱਚ ਪੱਲੂ ਪਾੜਿਆ ਹੈ, ਪੱਲੂ ਕੱਢ ਕੇ ਗਲ ਦੇ ਵਿੱਚੋਂ ਪੱਲਾ ਜਿਹੜਾ ਪਾ ਕੇ ਅਰਦਾਸ ਕਰਦੇ ਆ ਆਪਾਂ, ਗਲ ਚੋਂ ਪਰਨਾ ਲਾ ਕੇ ਉੱਚੀ ਘੁਮਾ ਕੇ ਲੋਕਾਂ ਨੂੰ ਉੱਚੀ ਪੁਕਾਰ ਕੇ ਕਹਿੰਦਾ ਹੈ, ਗੁਰ ਲਾਦੋ ਰੇ, ਗੁਰ ਲਾਦੋ ਰੇ। ਕਹਿੰਦਾ ਦੁਨੀਆ ਦੇ ਲੋਕੋ ਇਵੇਂ ਝੂਠੇ ਦਾਅਵੇ ਕਰਨ ਵਾਲਿਆਂ ਦੇ ਪਿੱਛੇ ਲੱਗ ਕੇ ਤੇ ਆਪਣੇ ਦਸਵੰਧ ਦੀ ਮਾਇਆ ਨਾ ਦਿਆ ਜੇ ਕਿਤੇ ਇਹਨਾਂ ਨੇ ਠੱਗੀਆਂ ਮਾਰਨੀਆਂ, ਇਹਨਾਂ ਨੇ ਲੁੱਟ ਕੇ ਖਾ ਜਾਣਾ। ਪਰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਆ ਬਾਬਾ ਤੇਗ ਬਹਾਦਰ ਸਾਹਿਬ ਹੈ, ਇਹ ਅੱਜ ਪ੍ਰਤੱਖ ਹੋ ਗਿਆ ਹੈ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਦੇ ਨੇ ਮੱਖਣ ਸ਼ਾਹ ਲਬਾਣਾ ਦੀ। ਕੋਠੇ ਤੇ ਚੜ ਕੇ ਪੱਲੂ ਫੇਰਿਆ, ਲੋਕਾਂ ਨੂੰ ਪੁਕਾਰ ਕੇ ਕਿਹਾ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਬਾਬਾ ਤੇਗ ਬਹਾਦਰ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਪ੍ਰਗਟ ਹੋ ਗਏ ਨੇ, ਸੰਗਤਾਂ ਦਾ ਆਉਣਾ ਪ੍ਰਾਰੰਭ ਹੋ ਗਿਆ, ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਆਉਂਦੀਆਂ ਨੇ। ਹੁਣ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਉਂਦੇ ਨੇ। ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਉਂਦੇ ਕਿਉਂਕਿ ਇਤਿਹਾਸ ਬਹੁਤ ਲੰਬੇਰਾ, ਸਮੇਂ ਵਿੱਚ ਰਹਿ ਕੇ ਆਪਾਂ ਕੁਝ ਕੁ ਸੰਖੇਪ ਜਿਹਾ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝ ਪਾਉਣੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਉੱਥੇ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ। ਉਧਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹੜਾ ਰਾਜ ਕਰਨ ਵਾਲਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੈ, ਇਹਨੇ ਆਪਣੇ ਵੱਲੋਂ ਇੱਕ ਬੀੜਾ ਚੁੱਕਿਆ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਇਸਲਾਮ ਦੇ ਵਿੱਚ ਤਬਦੀਲ ਕਰ ਦੇਣਾ, ਸਾਰਿਆਂ ਧਰਮਾਂ ਦਾ ਮਲੀਆ ਮੇਟ ਕਰਕੇ, ਸਾਰਿਆਂ ਧਰਮਾਂ ਨੂੰ ਖਤਮ ਕਰਕੇ ਕੇਵਲ ਇੱਕ ਇਸਲਾਮ ਨੂੰ ਮੈਂ ਬਹੁਤ ਉੱਚੇ ਪੱਧਰ ਤੇ ਲੈ ਜਾਵਾਂਗਾ। ਇੱਕ ਦਿਨ ਸਾਰੇ ਧਰਮ ਖਤਮ ਹੋ ਜਾਣਗੇ ਤੇ ਹਿੰਦੁਸਤਾਨ ਦੇ ਵਿੱਚ ਕੇਵਲ ਇਸਲਾਮ ਹੀ ਰਹਿ ਜਾਣਗੇ। ਇਹਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਪ੍ਰਾਰੰਭ ਕਰ ਦਿੱਤਾ। ਲੋਕਾਂ ਨੂੰ ਪੂਜਾ ਕਰਨ ਦੇ ਉੱਤੇ ਇਹਨੇ ਪਾਬੰਦੀ ਲਾ ਦਿੱਤੀ, ਲੋਕਾਂ ਨੂੰ ਮੰਦਰਾਂ ਦੇ ਵਿੱਚ ਟੱਲ ਵਜਾਉਣ ਤੇ ਪਾਬੰਦੀ ਲਾ ਦਿੱਤੀ, ਸਿਮਰਨ ਕਰਨ ਤੇ ਆਪਣੇ ਤਰੀਕੇ ਦੇ ਨਾਲ ਖੁੱਲ੍ਹ ਨਹੀਂ ਸੀ ਕੋਈ ਆਪਣੇ ਰੱਬ ਨੂੰ ਯਾਦ ਕਰ ਲੈ। ਮੰਦਰਾਂ ਵਿੱਚ ਬੈਠ ਕੇ ਕੋਈ ਟੱਲ ਨਹੀਂ ਸੀ ਵਜਾ ਸਕਦਾ, ਕੋਈ ਆਰਤੀ ਨਹੀਂ ਸੀ ਕਰ ਸਕਦਾ। ਇਹਨੇ ਸਭ ਤੋਂ ਪਹਿਲੋਂ ਜਿਹੜਾ ਨਿਸ਼ਾਨਾ ਬਣਾਇਆ ਕਸ਼ਮੀਰ ਨੂੰ, ਦਿੱਲੀ ਤੋਂ ਤੋਰਦਾ ਹੈ ਸ਼ੇਰ ਅਫਗਾਨ ਨੂੰ, ਕਿਉਂਕਿ ਇਹ ਜਿਹੜੇ ਰਾਜੇ ਹੁੰਦੇ ਨੇ ਨਾ ਬੜੀ ਡੂੰਘੀ ਸੋਚ ਸੋਚਦੇ ਨੇ। ਇਹਨੇ ਸੋਚਿਆ ਹਿੰਦੂਆਂ ਦੇ ਜਿਹੜੇ ਆਗੂ ਨੇ ਕਸ਼ਮੀਰ ਦੀ ਧਰਤੀ ਤੇ ਬੜੇ ਸਿਆਣੇ ਪੰਡਤ ਰਹਿੰਦੇ ਨੇ, ਤੇ ਜੇ ਉਹਨਾਂ ਪੰਡਤਾਂ ਦਾ ਧਰਮ ਤਬਦੀਲ ਕਰ ਦਿੱਤਾ ਜਾਵੇ, ਉਹਨਾਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ, ਤੇ ਬਾਕੀ ਦੇ ਲੋਕ ਆਪਣੇ ਆਪ ਹੀ ਆਪਣੇ ਧਰਮ ਨੂੰ ਛੱਡ ਕੇ ਇਸਲਾਮ ਦੇ ਵਿੱਚ ਆ ਜਾਣਗੇ। ਜਦੋਂ ਲੋਕਾਂ ਦੇ ਧਰਮ ਦੇ ਆਗੂ, ਹਿੰਦੂ ਧਰਮ ਦੇ ਆਗੂ ਸਾਡੀ ਈਣ ਨੂੰ ਮੰਨ ਕੇ ਆਪਣੇ ਧਰਮ ਨੂੰ ਛੱਡ ਕੇ ਸਾਡੇ ਦੀਨ ਇਸਲਾਮ ਨੂੰ ਕਬੂਲ ਕਰ ਲੈਣਗੇ, ਤੇ ਫਿਰ ਦੂਜੀ ਪ੍ਰਜਾ ਨੇ ਆਪਣੇ ਆਪ ਹੀ ਆਪਣੇ ਧਰਮ ਨੂੰ ਛੱਡ ਕੇ ਇਸਲਾਮ ਵਿੱਚ ਆ ਜਾਣਾ। ਇਹਨੇ ਸ਼ੇਰ ਅਫਗਾਨ ਨੂੰ ਆਪਣੇ ਵੱਲੋਂ ਭੇਜਿਆ ਹੈ, ਕਹਿੰਦਾ ਜਾਓ, ਕਸ਼ਮੀਰ ਦੇ ਗਵਰਨਰ ਬਣਾ ਕੇ ਭੇਜਿਆ। ਕਹਿੰਦੇ ਕਸ਼ਮੀਰ ਦੇ ਪੰਡਤਾਂ ਨੂੰ ਜਾ ਕੇ ਚੈਲੰਜ ਕਰਕੇ ਕਹਿ ਦਿਓ, ਆਪਣੇ ਧਰਮ ਨੂੰ ਛੱਡ ਕੇ ਸਾਡੇ ਧਰਮ ਦੇ ਵਿੱਚ ਆ ਜਾਓ, ਦੀਨ-ਏ ਇਸਲਾਮ ਨੂੰ ਕਬੂਲ ਕਰ ਲਓ, ਨਹੀਂ ਤੇ ਉਹਨਾਂ ਨੂੰ ਇੱਕ ਸਮਾਂ ਦਿੱਤਾ ਜਾਵੇ, ਮੋਹਲਤ ਦਿੱਤੀ ਜਾਵੇ। ਇੰਨੇ ਸਮੇਂ ਦੇ ਵਿੱਚ ਜੇਕਰ ਆਪਣੇ ਧਰਮ ਨੂੰ ਛੱਡ ਕੇ ਦੀਨ-ਏ ਇਸਲਾਮ ਨੂੰ ਕਬੂਲ ਕਰ ਲੈਂਦੇ ਤੇ ਚੰਗੀ ਗੱਲ ਹੈ, ਨਹੀਂ ਤੇ ਜਬਰਨ ਤਲਵਾਰ ਦੇ ਜ਼ੋਰ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਜਾਏਗਾ, ਜਾਂ ਤੇ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਵਿੱਚ ਆਉਣਗੇ, ਜਾਂ ਫਿਰ ਉਹ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਰਹਿਣ।
ਸ਼ੇਰ ਅਫਗਾਨ ਇਹਨੇ ਜਾ ਕੇ ਉੱਥੇ ਲੋਕਾਂ ਨੂੰ ਢੰਡੋਰਾ ਪਟਵਾ ਕੇ ਇਕੱਠਿਆਂ ਕਰਕੇ ਇਹਨੇ ਕਹਿ ਦਿੱਤਾ, ਕਹਿੰਦਾ ਤੁਹਾਨੂੰ ਸਮਾਂ ਦਿੱਤਾ ਗਿਆ 6 ਮਹੀਨਿਆਂ ਦਾ, ਤੇ ਜੇ 6 ਮਹੀਨਿਆਂ ਦੇ ਵਿੱਚ ਤੁਸੀਂ ਆਪਣੇ ਧਰਮਾਂ ਨੂੰ ਛੱਡ ਕੇ ਆਪਣੇ ਬੋਧੀਆਂ ਨੂੰ ਕਟਵਾ ਕੇ ਇਸਲਾਮ ਧਰਮ ਦੇ ਵਿੱਚ ਤਬਦੀਲ ਨਹੀਂ ਹੁੰਦੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਬਹੁਤ ਸਾਰੇ ਲੋਕਾਂ ਨੇ ਡਰ ਦੇ ਮਾਰੇ ਆਪਣੇ ਧਰਮ ਨੂੰ ਛੱਡਿਆ, ਕਿਉਂਕਿ ਇਹਨੇ ਤਲਵਾਰ ਦੇ ਜ਼ੋਰ ਦੇ ਨਾਲ ਡਰਾ ਪਾ ਕੇ, ਧਮਕਾ ਕੇ, ਡਰਾ ਕੇ ਡਰਦੇ ਹੋਏ ਲੋਕ ਆਪਣਾ ਧਰਮ ਛੱਡ ਕੇ ਉਹ ਇਸਲਾਮ ਦੇ ਵਿੱਚ ਆਉਣਾ ਪ੍ਰਾਰੰਭ ਹੋ ਗਿਆ। ਹੁਣ ਧਰਮ ਦੇ ਆਗੂ ਜਿਹੜੇ ਸਨ ਉਹ ਆਪਸ ਵਿੱਚ ਵਿਚਾਰਾਂ ਕਰਨ ਲੱਗੇ ਕਿ ਕੀ ਕੀਤਾ ਜਾਵੇ, ਕਿਸ ਤਰ੍ਹਾਂ ਸਾਡੇ ਧਰਮ ਨੂੰ ਬਚਾਇਆ ਜਾਵੇ। ਤੇ ਇਤਿਹਾਸ ਕਹਿੰਦਾ ਉੱਥੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਪੰਡਿਤ ਇਹਦੇ ਨਾਲ ਚੱਲੇ ਨੇ। ਇਹ ਅਮਰਨਾਥ ਦੀ ਯਾਤਰਾ ਤੇ ਗਏ। ਉੱਥੇ ਜਾ ਕੇ ਸ਼ਿਵ ਜੀ ਦੇ ਦਰਬਾਰ ਵਿੱਚ ਇਹਨਾਂ ਨੇ ਰੋ ਰੋ ਕੇ ਪੁਕਾਰਾਂ ਕੀਤੀਆਂ, ਕਹਿੰਦੇ ਅੱਜ ਸਾਡਾ ਧਰਮ ਖਤਰੇ ਵਿੱਚ ਹੈ, ਸਾਡੇ ਧਰਮ ਦੀ ਪੱਤ ਰੱਖੀ ਜਾਵੇ, ਸਾਡੇ ਧਰਮ ਨੂੰ ਬਚਾਇਆ ਜਾਵੇ। ਉੱਥੇ ਰੋ ਰੋ ਕੇ ਇਹ ਆਪਣੇ ਸ਼ਿਵ ਜੀ ਦੇ ਅੱਗੇ ਪੁਕਾਰਾਂ ਕਰਦੇ ਨੇ। ਰਾਤ ਨੂੰ ਉੱਥੇ ਜਦੋਂ ਸੁੱਤੇ ਨੇ ਤੇ ਇਤਿਹਾਸ ਕਹਿੰਦਾ ਉੱਥੇ ਪੰਡਿਤ ਕਿਰਪਾ ਰਾਮ ਨੂੰ ਸੁਪਨਾ ਆਇਆ। ਉਹਨੇ ਸੁਪਨੇ ਦੇ ਵਿੱਚ ਸ਼ਿਵ ਜੀ ਨੇ ਦੀਦਾਰ ਦੇ ਕੇ ਉਹਨੇ ਕਿਹਾ, ਜੇ ਤੁਹਾਡੇ ਧਰਮ ਨੂੰ ਬਚਾਉਣ ਵਾਲਾ ਕੋਈ ਹੈ ਤੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਹੈ। ਜਾਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ। ਦਿਨ ਚੜਿਆ। ਪੰਡਿਤ ਕਿਰਪਾ ਰਾਮ ਨੇ ਆਪਣੇ ਸਾਥੀਆਂ ਨੂੰ ਗੱਲ ਦੱਸੀ, ਕਹਿਣ ਲੱਗੇ ਸਾਡੇ ਧਰਮ ਦਾ ਬਚਾਅ ਇੱਥੇ ਨਹੀਂ ਜੇ ਹੋਣਾ, ਹੁਣ ਸਾਡਾ ਧਰਮ ਬਚਦਾ ਤੇ ਸਾਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਾ ਪੈਣਾ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਪੁਕਾਰ ਕਰੀਏ ਤਾਂ ਕਿ ਸਾਡੀ ਪੁਕਾਰ ਸੁਣ ਕੇ ਪਾਤਸ਼ਾਹ ਜੀ ਸਾਡੇ ਧਰਮ ਨੂੰ ਬਚਾ ਲੈਣ। ਸਾਰੇ ਪੰਡਿਤ ਇਕੱਠੇ ਹੋਏ ਨੇ। ਇਕੱਠੇ ਹੋ ਕੇ ਪੰਡਿਤ ਇਹ ਆਏ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਪਾਤਸ਼ਾਹ ਜੀ ਦਰਬਾਰ ਦੇ ਵਿੱਚ ਬੈਠੇ ਨੇ। ਇਹ ਪੰਡਿਤ ਆ ਕੇ ਬੈਠੇ ਨੇ। ਇਹ ਆਪਣੇ ਦੁੱਖ ਨੂੰ ਰੋ ਰੋ ਕੇ ਸੁਣਾ ਰਹੇ ਨੇ। ਰੋ ਰੋ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਪਾਸ ਫਰਿਆਦ ਕਰ ਰਹੇ ਨੇ, ਪਾਤਸ਼ਾਹ ਜੀ ਸਾਡਾ ਧਰਮ ਖਤਰੇ ਵਿੱਚ ਹੈ। ਔਰੰਗਜ਼ੇਬ ਨੇ ਤਲਵਾਰ ਦੀ ਧਾਰ ਦੇ ਨਾਲ, ਤਲਵਾਰ ਦੇ ਜ਼ੋਰ ਦੇ ਨਾਲ ਬਹੁਤ ਸਾਰੇ ਹਿੰਦੂਆਂ ਨੂੰ ਇਸਲਾਮ ਧਰਮ ਦੇ ਵਿੱਚ ਲੈ ਆਂਦਾ। ਸ਼ੇਰ ਅਫਗਾਨ ਨੇ ਸਾਨੂੰ ਔਰੰਗਜ਼ੇਬ ਵੱਲੋਂ ਭੇਜਿਆ ਸੁਨੇਹਾ ਦਿੱਤਾ ਹੈ, ਉਹਨੇ ਸਾਨੂੰ ਕੁਝ ਸਮਾਂ ਦਿੱਤਾ ਹੈ, ਜੇ ਉਸ ਸਮੇਂ ਦੇ ਵਿੱਚ ਅਸੀਂ ਆਪਣੇ ਧਰਮ ਨੂੰ ਛੱਡ ਕੇ ਇਸਲਾਮ ਨੂੰ ਕਬੂਲ ਨਹੀਂ ਕਰਦੇ ਤੇ ਉਹ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਕਤਲ ਕੀਤਾ ਜਾਏਗਾ। ਤਲਵਾਰ ਦੇ ਜ਼ੋਰ ਦੇ ਨਾਲ ਸਾਡੇ ਜਨੇਊ ਉਤਾਰੇ ਜਾਂਦੇ ਨੇ। ਹੁਣ ਸਾਡਾ ਧਰਮ ਖਤਰੇ ਵਿੱਚ ਹੈ। ਅਸੀਂ ਦੇਵੀ ਦੇਵਤੇ ਪੂਜ ਕੇ ਵੇਖ ਲਿਆ, ਸਭ ਦੀ ਆਰਾਧਨਾ ਕਰਕੇ ਵੇਖ ਲਈ ਹੈ, ਸਾਡਾ ਧਰਮ ਕਿਤੇ ਨਹੀਂ ਜੇ ਬਚਦਾ। ਜੇ ਸਾਡਾ ਧਰਮ ਬਚ ਤੇ ਪਾਤਸ਼ਾਹ ਜੀ ਹੁਣ ਤੁਸੀਂ ਬਚਾ ਸਕਦੇ ਹੋ, ਤੁਸੀਂ ਸਾਡੀ ਬਾਹ ਫੜ ਸਕਦੇ ਹੋ, ਸਾਡੀ ਡੁੱਬਦੀ ਹੋਈ ਬੇੜੀ ਨੂੰ ਪਾਰ ਲਾ ਸਕਦੇ ਹੋ। ਰੋ ਰੋ ਕੇ ਤਰਲੇ ਕਰਦੇ ਨੇ ਕਸ਼ਮੀਰ ਦੇ ਪੰਡਿਤ। ਤੇ ਇਤਿਹਾਸ ਕਹਿੰਦਾ ਉੱਥੇ 9 ਸਾਲ ਦੀ ਉਮਰ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਹਾਲਾਂਕਿ ਬਚਪਨ ਦਾ ਨਾਮ ਗੋਬਿੰਦ ਰਾਏ ਹੈ। ਉਹ ਇਸ ਸਾਰੀ ਘਟਨਾ ਨੂੰ ਦੇਖਦੇ ਆ। ਪਿਤਾ ਜੀ ਕੋਲ ਜਾ ਕੇ ਕਹਿੰਦੇ ਨੇ, ਪਿਤਾ ਜੀ ਇਹ ਕੌਣ ਲੋਕ ਨੇ, ਇਹ ਕਿਉਂ ਰੋ ਰੋ ਕੇ ਕੀ ਕਹਿਣਾ ਚਾਹੁੰਦੇ ਨੇ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਬੇਟਾ ਇਹ ਕਸ਼ਮੀਰ ਤੋਂ ਆਏ ਪੰਡਿਤ ਨੇ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਔਰੰਗਜ਼ੇਬ ਨੇ ਸੁਨੇਹਾ ਭੇਜ ਦਿੱਤਾ ਹੈ, ਇਹਨਾਂ ਨੂੰ ਕੁਝ ਸਮੇਂ ਦੀ ਮੋਹਲਤ ਦਿੱਤੀ ਹੈ। ਜੇ ਉਸ ਸਮੇਂ ਦੇ ਵਿੱਚ ਰਹਿੰਦਿਆਂ ਇਹ ਆਪਣੇ ਧਰਮ ਨੂੰ ਤਬਦੀਲ ਨਹੀਂ ਕਰਦੇ, ਇਸਲਾਮ ਧਰਮ ਵਿੱਚ ਨਹੀਂ ਆਉਂਦੇ ਤੇ ਇਹਨਾਂ ਨੂੰ ਕਤਲ ਕੀਤਾ ਜਾਏਗਾ। ਹਾਲਾਂਕਿ ਔਰੰਗਜ਼ੇਬ ਨੇ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਬਹੁਤ ਸਾਰੇ ਹਿੰਦੂਆਂ ਦਾ ਧਰਮ ਜਿਹੜਾ ਸੀ, ਬਹੁਤ ਸਾਰੇ ਹਿੰਦੂਆਂ ਨੇ ਡਰਦਿਆਂ ਮਾਰਿਆਂ ਧਰਮ ਛੱਡ ਕੇ ਇਸਲਾਮ ਵਿੱਚ ਆ ਗਏ। ਹੁਣ ਇੱਥੇ ਆ ਕੇ ਫਰਿਆਦ ਕਰਦੇ ਨੇ ਕਿ ਸਾਡਾ ਧਰਮ ਖਤਰੇ ਵਿੱਚ ਹੈ, ਸਾਡੀ ਮਦਦ ਕੀਤੀ ਜਾਵੇ। ਉਸ ਵੇਲੇ ਬਾਲਕ ਗੋਬਿੰਦ ਰਾਏ ਨੇ ਕਿਹਾ, ਪਿਤਾ ਜੀ ਫਿਰ ਇਹਨਾਂ ਦਾ ਧਰਮ ਕਿਸ ਤਰ੍ਹਾਂ ਬਚੇਗਾ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਧਰਮ ਬਚ ਸਕਦਾ। ਕਿਸੇ ਰੱਬ ਦੇ ਪਿਆਰੇ ਨੂੰ, ਕਿਸੇ ਰੱਬ ਦੇ ਭਗਤ ਨੂੰ, ਕਿਸੇ ਮਹਾਤਮਾ ਨੂੰ ਆਪਣੀ ਕੁਰਬਾਨੀ ਦੇਣੀ ਪੜੇਗੀ। ਹੁਣ ਜਦੋਂ ਇਹ ਗੱਲ ਕਹੀ ਕਿ ਬਾਲਕ ਗੋਬਿੰਦ ਰਾਏ ਕਹਿੰਦੇ, ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਮਹਾਤਮਾ, ਤੁਹਾਡੇ ਤੋਂ ਵੱਡਾ ਰੱਬ ਦਾ ਪਿਆਰਾ ਹੋਰ ਕਿਹੜਾ ਹੋ ਸਕਦਾ? ਤੁਹਾਡੇ ਤੋਂ ਵੱਡਾ ਰਹਿਬਰ, ਸਭ ਤੋਂ ਵੱਡੀ ਮੇਰੀ ਨਜ਼ਰ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਤੁਸੀਂ ਰਹਿਬਰ ਹੋ।
ਤੇ ਤੁਸੀਂ ਕਿਉਂ ਨਹੀਂ ਆਪਣੀ ਕੁਰਬਾਨੀ ਦੇ ਸਕਦੇ? ਜਾਓ ਤੁਸੀਂ ਆਪਣੀ ਕੁਰਬਾਨੀ ਦਿਓ। ਪਿਤਾ ਜੀ ਕਹਿਣ ਲੱਗੇ, ਬੇਟਾ ਤੈਨੂੰ ਪਤਾ ਤੂੰ ਕੀ ਕਹਿ ਰਿਹਾ? ਤੇਰੀ 9 ਸਾਲ ਦੀ ਉਮਰ ਹੈ, ਤੂੰ ਮੈਨੂੰ ਕਹਿ ਰਿਹਾ ਕੁਰਬਾਨੀ ਦੇਣ ਵਾਸਤੇ। ਹਾਲਾਂਕਿ ਇਹ ਨਹੀਂ ਸੀ ਕਿ ਗੁਰੂ ਸਾਹਿਬ ਜੀ ਕੁਰਬਾਨੀ ਦੇਣ ਤੋਂ ਡਰਦੇ ਸੀ, ਉਹ ਆਪਣੇ ਬੇਟੇ ਦੇ ਜਿਗਰੇ ਨੂੰ ਤੱਕਣਾ ਚਾਹੁੰਦੇ ਸਨ, ਪਰਖਣਾ ਚਾਹੁੰਦੇ ਸਨ ਕਿ ਇਹ ਅਡੋਲ ਹੈ। ਕਹਿੰਦੇ ਤੈਨੂੰ ਪਤਾ, ਜੇ ਅਸੀਂ ਕੁਰਬਾਨੀ ਦੇਣ ਵਾਸਤੇ ਚਲੇ ਗਏ, ਅਸੀਂ ਕੁਰਬਾਨੀ ਦੇ ਦਿੱਤੀ ਤੇ ਤੂੰ ਅਨਾਥ ਹੋ ਜਾਏਗਾ। ਉਸ ਵੇਲੇ ਬਾਲਕ ਗੋਬਿੰਦ ਰਾਏ ਨੇ ਕਿਹਾ, ਹਾਂ ਪਿਤਾ ਜੀ ਮੈਨੂੰ ਪਤਾ ਕਿ ਤੁਹਾਡੀ ਕੁਰਬਾਨੀ ਤੋਂ ਬਾਅਦ ਮੈਂ ਅਨਾਥ ਹੋ ਜਾਵਾਂਗਾ, ਪਰ ਜੇਕਰ ਹਿੰਦੁਸਤਾਨ ਦੀਆਂ ਹਜ਼ਾਰਾਂ ਮਾਵਾਂ, ਹਜ਼ਾਰਾਂ ਬੱਚੇ ਜਿਹੜੇ ਨੇ ਅਨਾਥ ਹੋਣ ਤੋਂ ਬਚ ਜਾਣ, ਹਜ਼ਾਰਾਂ ਔਰਤਾਂ ਵਿਧਵਾ ਹੋਣ ਤੋਂ ਬਚ ਜਾਣ, ਤੇ ਮੈਂ ਤੁਹਾਡੀ ਕੁਰਬਾਨੀ ਦੇਖ ਕੇ ਕੋਈ ਆਪਣੇ ਆਪ ਪਛਤਾਵਾ ਨਹੀਂ ਕਰਾਂਗਾ, ਸਗੋਂ ਮੈਂ ਖੁਸ਼ ਹੋਵਾਂਗਾ ਕਿ ਮੇਰੇ ਇੱਕ ਅਨਾਥ ਹੋਣ ਦੇ ਨਾਲ ਹਜ਼ਾਰਾਂ ਬੱਚੇ ਅਨਾਥ ਹੋਣ ਤੋਂ ਬਚ ਗਏ। ਗੁਰੂ ਸਾਹਿਬ ਜੀ ਨੇ ਉੱਥੇ ਫਿਰ ਨਿਰਣਾ ਕੀਤਾ, ਕਹਿਣ ਲੱਗੇ ਠੀਕ ਹੈ, ਅਸੀਂ ਆਪਣੀ ਕੁਰਬਾਨੀ ਦੇਵਾਂਗੇ। ਉਸ ਕਸ਼ਮੀਰ ਦੇ ਪੰਡਤਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਤੇ ਇੱਕ ਅਦੀਬ ਨੇ ਬੜਾ ਸੋਹਣਾ ਕਲਮਬੰਦ ਕੀਤਾ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਉਹਨਾਂ ਪੰਡਤਾਂ ਨੂੰ ਤਰਵਾਸ ਦੇ ਕੇ ਤੁਰਦੇ ਨੇ, ਕਹਿੰਦੇ ਜਾਓ ਆਪਣੇ ਘਰਾਂ ਨੂੰ ਜਾਓ, ਆਰਾਮ ਦੇ ਨਾਲ ਸੌਂ ਜਾਓ ਘਰਾਂ ਦੇ ਵਿੱਚ ਜਾ ਕੇ, ਤੇ ਸਾਡੇ ਵੱਲੋਂ ਸ਼ੇਰ ਅਫਗਾਨ ਦੇ ਰਾਹੀਂ ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਦੇ ਦਿਆ ਜੀ ਕਿ ਸਾਡੇ ਧਰਮ ਦੀ ਅਗਵਾਈ ਗੁਰੂ ਤੇਗ ਬਹਾਦਰ ਸਾਹਿਬ ਕਰ ਰਿਹਾ ਹੈ। ਕੋਈ ਲੋੜ ਨਹੀਂ ਤੈਨੂੰ ਕੱਲੇ ਕੱਲੇ ਹਿੰਦੂ ਨੂੰ ਲੱਭ ਕੇ ਮਾਰਨ ਦੀ, ਕੋਈ ਲੋੜ ਨਹੀਂ ਕੱਲੇ ਕੱਲੇ ਨੂੰ ਤਸੱਦਦ ਦੇਣ ਦੀ। ਕੇਵਲ ਇੱਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜੇ ਉਹ ਆਪਣਾ ਧਰਮ ਤਿਆਗ ਕੇ ਇਸਲਾਮ ਨੂੰ ਕਬੂਲ ਕਰ ਲੈਣਗੇ, ਅਸੀਂ ਆਪਣੇ ਆਪ ਸਾਰੇ ਦੇ ਸਾਰੇ ਹਿੰਦੂ ਜਿਹੜੇ ਮੁਸਲਮਾਨ ਹੋ ਜਾਵਾਂਗੇ। ਪਾਤਸ਼ਾਹ ਜੀ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ, ਕਹਿੰਦੇ ਜਾਓ ਜਾ ਕੇ ਕਹਿ ਦਿਓ ਉਹਨੂੰ ਕਿ ਸਾਡੇ ਤੇ ਧਰਮ ਦੀ ਅਗਵਾਈ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ, ਕੱਲੇ ਕੱਲੇ ਨੂੰ ਪਕੜ ਕੇ ਮਾਰਨ ਦੀ ਲੋੜ ਨਹੀਂ, ਡਰਾਉਣ ਦੀ ਲੋੜ ਨਹੀਂ, ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਦੇ ਵਿੱਚ ਲਿਆਓ, ਅਸੀਂ ਆਪਣੇ ਆਪ ਆਪਣਾ ਧਰਮ ਛੱਡ ਕੇ ਇਸਲਾਮ ਦੇ ਵਿੱਚ ਆ ਜਾਵਾਂਗੇ। ਹੁਣ ਜਿਹੜੀ ਤਰਵਾਸ ਦੇ ਕੇ ਇਹਨਾਂ ਕਸ਼ਮੀਰ ਦੇ ਪੰਡਤਾਂ ਨੂੰ ਪਾਤਸ਼ਾਹ ਜੀ ਭੇਜਦੇ ਨੇ, ਤੇ ਇੱਕ ਅਦੀਬ ਨੇ ਬੜਾ ਸੋਹਣਾ ਕਲਮਬੰਦ ਕੀਤਾ, ਕਹਿੰਦਾ ਜਾਓ ਬੱਚਿਓ ਤੁਸੀਂ ਘਰ ਹੀ ਜਾਓ, ਸਿਰ ਦੇ ਕੇ ਸੱਚ ਬਚਾਂਗਾ ਮੈਂ। ਜਾਓ ਬੱਚਿਓ ਤੁਸੀਂ ਹੁਣ ਘਰੀ ਜਾਓ, ਸਿਰ ਦੇ ਕੇ ਸੱਚ ਬਚਾਂਗਾ ਮੈਂ। ਹਿੰਦੁਸਤਾਨ ਦੇ ਬੁਝ ਰਹੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਹਿੰਦੁਸਤਾਨ ਦੇ ਬੁਝ ਰਹੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਭਾਗ ਤਾਂ ਫਲ ਰਿਹਾ ਹੈ। ਅੱਜ ਵੀ ਹਿੰਦੂ ਧਰਮ ਦੇ ਮੰਦਿਰਾਂ ਅੰਦਰ ਖੂਨ ਤੇਗ ਬਹਾਦਰ ਦਾ ਵਲ ਰਿਹਾ ਹੈ। ਅੱਜ ਵੀ ਹਿੰਦੁਸਤਾਨ ਦੇ ਮੰਦਿਰਾਂ ਅੰਦਰ ਖੂਨ ਤੇਗ ਬਹਾਦਰ ਦਾ ਵਲ ਰਿਹਾ ਹੈ। ਉੱਥੇ ਕੁਰਬਾਨੀ ਦੇਣ ਵਾਸਤੇ ਗੁਰੂ ਸਾਹਿਬ ਜੀ ਤਿਆਰ ਹੋਏ ਨੇ। ਹੁਣ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇਤਿਹਾਸ ਨਵੇਰਾ ਹੈ। ਪਾਤਸ਼ਾਹ ਜੀ ਨੇ ਆਪਣੀ ਕੁਰਬਾਨੀ ਦੇ ਕੇ ਦਿੱਲੀ ਜਾ ਕੇ ਆਪਣੀ ਕੁਰਬਾਨੀ ਦੇ ਕੇ ਇਸ ਹਿੰਦੁਸਤਾਨ ਦੀ ਜਿਹੜੀ ਹਿੰਦ ਦੀ ਚਾਦਰ ਅਸੀਂ ਕਹਿੰਦੇ ਹਾਂ, ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ ਇੱਕ ਨੰਗੀ ਦਾ ਨੰਗੇਜ ਢੱਕਿਆ ਸੀ। ਇੱਥੇ ਦੁਨੀਆ ਦੀ ਪੱਤ ਨੂੰ ਰੋਲਦਿਆਂ ਵੇਖਿਆ, ਦੁਨੀਆ ਦੇ ਨੰਗੇਜ ਨੂੰ ਵੇਖਿਆ, ਕਿਸ ਤਰ੍ਹਾਂ ਔਰੰਗਜ਼ੇਬ ਦੇ ਦਰਿੰਦੇ ਜਿਹੜੇ ਸਨ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕਰ ਰਹੇ ਸੀ, ਕਿਸ ਤਰ੍ਹਾਂ ਬੀਬੀਆਂ ਬੱਚੀਆਂ ਦੀ ਜਿਹੜੀ ਇੱਜ਼ਤ ਸੀ ਉਹ ਮਹਫੂਜ਼ ਨਹੀਂ ਸੀ। ਉੱਥੇ ਗੁਰੂ ਸਾਹਿਬ ਜੀ ਨੇ ਆਪਣੀ ਕੁਰਬਾਨੀ ਦੇ ਕੇ ਇਸ ਧਰਮ ਨੂੰ ਬਚਾਇਆ। ਤੇ ਇਸ ਅਦੀਬ ਨੇ ਬੜਾ ਸੋਹਣਾ ਕਲਮਬੰਦ ਕੀਤਾ, ਮੈਂ ਆਪ ਜੀ ਨੂੰ ਸੁਣਾ ਚੁੱਕਿਆ। ਉਹ ਕਹਿੰਦਾ ਅੱਜ ਮੰਦਿਰਾਂ ਦੇ ਵਿੱਚ ਜੇਕਰ ਟੱਲ ਵੱਜਦੇ ਨੇ, ਅੱਜ ਜੇਕਰ ਮੰਦਿਰਾਂ ਦੇ ਵਿੱਚ ਦੀਵੇ ਬਲਦੇ ਨੇ, ਆਰਤੀ ਹੁੰਦੀ ਹੈ, ਕਹਿੰਦਾ ਮਤ ਸਮਝੋ ਕਿ ਇਹਨਾਂ ਦੀਵਿਆਂ ਦੇ ਵਿੱਚ ਤੇਲ ਬਲਦਾ ਪਿਆ। ਕਹਿੰਦਾ ਇਹਨਾਂ ਦੀਵਿਆਂ ਦੇ ਵਿੱਚ ਤੇਲ ਨਹੀਂ, ਸਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਹੂ ਬਲਦਾ ਪਿਆ। ਉਹਨਾਂ ਨੇ ਆਪਣਾ ਖੂਨ ਪਾ ਕੇ ਇਹਨਾਂ ਦੀਵਿਆਂ ਦੇ ਮੰਦਿਰਾਂ ਨੂੰ ਬਲਦਾ ਰੱਖਿਆ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਦੀ ਖਿਮਾ, ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।